ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਹੈ। ਵੈਰੀ ਗੁੱਡ ਮਾਰਨਿੰਗ ਜੀ ਆਇਆਂ ਨੂੰ ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਆ? ਕੀ ਬਣਿਆ ਰਾਤੀ ਜਿਹੜਾ ਵਾਅਦਾ ਕੀਤਾ ਸੀ? ਉਹ ਅਜੇ ਕੁਛ ਨਹੀਂ ਬਣਿਆ ਜੀ। ਉਹਦੇ ਬਾਰੇ ਉਹ ਗਾਂ ਗੱਲ ਚੱਲਣ ਡਈ ਆ ਕਿ ਸ਼ਾਇਦ 20 ਤੋਂ ਬਾਅਦ ਜਿਹੜੇ ਨਾਲ ਹੀ ਛੁੱਟੀ ਹੋ ਜਾਏ ਤੇ ਨਾਲ ਹੀ ਸ਼ੀਸ਼ੇ ਲੈ ਜਾਣ ਐਡਗੰਸੀ ਸਾਹਿਬ ਜੀ। 20 ਤੋਂ ਬਾਅਦ ਨਾਲ ਹੀ ਛੁੱਟੀ ਹੋ ਜਾਏ ਤੇ ਨਾਲ ਹੀ ਸ਼ੀਸ਼ੇ ਲੈ ਜਾਣ। ਇਲੈਕਸ਼ਨ ਦੀ ਟੀਮ ਦੇਖਣ ਦਾ ਕੁਛ ਨਾ ਕੁਛ ਕੀਤਾ ਜਾਵੇ। ਸ਼ੀਸ਼ੇ ਪਹਿਲਾਂ ਲੈ ਜਾਣ। ਪ੍ਰਧਾਨ ਸਭਾ ਆਏ ਨੇ ਅੱਜ ਦੋ ਦਿਨ ਹੋ ਗਏ। ਦੋਸਤੋ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਦਰਬਾਰ ਸਾਹਿਬ ਦੀ ਉਪਲੀ ਮੰਜ਼ਿਲ ਜਿਹੜੀ ਹੈ ਚੂਨੇ ਨਾਲ ਬਣੀਆਂ ਹੋਈਆਂ ਜਿਹੜੀਆਂ ਨਾਨਕਸ਼ਾਹੀ ਇੱਟਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਜੋ ਸਿੱਖੀ ਦਾ ਧਰੋਹਰ ਹੈ ਉਹਦੇ ਇਮਾਰਤ ਜਿਹੜੀ ਹੈ ਬਣੀ ਹੋਈ ਹੈ ਤੇ ਉਹਦੀ ਉੱਪਰਲੀ ਮੰਜ਼ਿਲ ਜਿਹੜੀ ਹੈ ਉਹ 'ਤੇ ਸ਼ੀਸ਼ੇ ਲਾ ਕੇ ਤੇ ਉਹਦੀ ਜਿਹੜੀ ਹੈ ਏਅਰ ਫਿਲਟਰ ਜਿਹੜੀ ਇੱਕ ਤੋਂ ਦੂਜੇ ਪਾਸੇ ਜਾਂਦੀ ਹੈ ਉਹ ਵਿੰਡੋ ਜਿਹੜੀਆਂ ਨੇ ਖਿੜਕੀਆਂ ਜਿਹੜੀਆਂ ਨੇ ਪੱਕੇ ਸ਼ੀਸ਼ਿਆਂ ਨਾਲ ਬੰਦ ਕੀਤੀਆਂ ਜਾ ਰਹੀਆਂ ਨੇ। ਤੇ ਤੁਹਾਨੂੰ ਪਤਾ ਆਸੇ ਪਾਸੇ ਪਾਣੀ ਜਲ ਹੈ ਤੇ ਪਾਣੀ ਦੇ ਆਸੇ ਪਾਸੇ ਜਦੋਂ ਕੋਈ ਵੀ ਚੀਜ਼ ਹੋਵੇ ਤਾਂ ਹੁਮਸ ਉੱਠਦਾ ਹੈ ਤਾਂ ਫਿਰ ਉਹ ਜਿਹੜੀ ਹੈ ਬਿਲਡਿੰਗ ਦੇ ਵਿੱਚ ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ ਨਹੀਂ ਤਾਂ ਚੌਥ ਫਿਰ ਜਿਹੜੀਆਂ ਉਹਦੇ 'ਚ ਤਰੇੜਾਂ ਆਉਂਦੀਆਂ ਨੇ ਜਾਂ ਉਹਦੀ ਖਰਾਬੀ ਹੁੰਦੀ ਹੈ। ਤੇ ਫਿਰ ਕਿਧਰੇ ਇਹ ਚਾਲ ਤਾਂ ਨਹੀਂ ਸੀ। ਇਹ ਸਮਝਦੇ ਹੋਏ ਅਸੀਂ ਬੇਨਤੀ ਕੀਤੀ ਸੀ, ਸ਼ੀਸ਼ੇ ਰੋਕ ਦਿੱਤੇ ਗਏ ਨੇ ਤੇ ਜੇ ਲੈ ਜਾਣਗੇ ਤਾਂ ਫਿਰ ਬਈ ਇੱਕ ਵਧੀਆ ਪ੍ਰਾਪਤੀ ਹੋਵੇਗੀ ਕਿ ਇਹਦੀ ਫਿਲਟਰੇਸ਼ਨ ਕਿਉਂ ਰੋਕੀ ਜਾ ਰਹੀ ਸੀ, ਉੱਤੇ ਕਾਹਦਾ ਖਤਰਾ, ਇਹ ਸਵਾਲ ਸੀ। ਖੈਰ ਪ੍ਰਬੰਧਕ ਸਾਹਿਬਾਨ ਨੇ ਜੀ ਆਪਣੀਆਂ ਮਰਜ਼ੀਆਂ ਕਰਦੇ ਨੇ। ਗ੍ਰੇਟ ਖਲੀ ਵਿਸ਼ਵ ਦੇ ਵਿੱਚ ਉਹਨੇ ਤਹਿਲਕਾ ਮਚਾਇਆ, ਹੁਣ ਭਾਜਪਾ ਦਾ ਪੱਲੂ ਫੜ ਲਿਆ ਹੈ। ਪਹਿਲਾਂ ਵੀ ਸੁਰਾਂ ਰਲਦੀਆਂ ਸਨ ਔਰ ਉਹਨੇ ਕਿਹਾ ਕਿ ਰਿੰਗ 'ਚ ਜ਼ੋਰ ਵਿਖਾਉਣ ਤੋਂ ਬਾਅਦ ਹੁਣ ਸਿਆਸਤ ਜ਼ੋਰ ਦਿਖਾਏ ਜਾਣਗੇ। ਕੀ ਕਹਿਣਾ ਚਾਹੋਗੇ? ਦੇਖੋ ਜੀ, ਗਲੇਰ ਖਲੀ ਜਿਹੜਾ ਵਾ ਇਹ ਬੇਸਿਕਲੀ ਹਿਮਾਚਲ ਦਾ ਰਹਿਣ ਵਾਲਾ ਵਾ। ਹਾਂ ਇਹਦਾ ਜਨਮ 27 ਜਨਵਰੀ 1972 ਦਾ ਵਾ ਤੇ ਇਹ ਬਕਾਇਦਾ ਤੌਰ ਤੇ ਇੱਕ ਸਿਕਿਉਰਿਟੀ ਗਾਰਡ ਲੱਗਾ ਸੀ ਕਿਤੇ ਜੀ। ਹਾਂਜੀ 1993 ਦੇ ਵਿੱਚ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਜਿਹੜੇ ਪੁਲਿਸ ਅਫਸਰ ਸੀਗੇ ਮਹਿਲ ਸਿੰਘ ਭੁੱਲਰ, ਹਾਂਜੀ, ਉਹ ਕਿਤੇ ਸ਼ਿਮਲੇ ਗਏ। ਉਹ ਪਲੇਅਰਾਂ ਦੇ ਬੜੇ ਸ਼ੌਕੀਨ ਸੀ, ਪਲੇਅਰ ਬੜੇ ਭਰਤੀ ਕਰਦੇ। ਉਹਨਾਂ ਵੇਖਿਆ ਵੀ ਬੰਦਾ ਕਾਫੀ ਜਵਾਨ ਹੈ, ਸਾਡੇ ਕੰਮ ਆ ਸਕਦਾ। ਉਹਨੂੰ ਕਹਿੰਦੀ ਕਾਕਾ ਪੜਿਆ ਕਰਨਾ ਤੇ ਤੇਰੇ ਕੰਮ ਚ ਕੀ ਕਰਦਾ? ਕਹਿੰਦਾ ਜੀ ਮੈਂ ਤੇ ਸਿਕਿਉਰਿਟੀ ਗਾਰਡ ਲੱਗਾ ਕਿਸੇ ਮਾਲ ਮੂਲ ਦਾ। ਉਹ ਕਹਿੰਦੇ ਆਹ ਫੜ ਕਾਰਡ ਤੇ ਆਹ ਲੈ ਐਡਰੈਸ, ਮੈਨੂੰ ਆ ਕੇ ਮਿਲ ਤੇ ਮੈਂ ਪੰਜਾਬ ਪੁਲਿਸ ਭਰਤੀ ਕਰੂੰ। ਇਹਨਾਂ ਨੂੰ 1993 ਦੇ ਵਿੱਚ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਜੋ ਭਰਤੀ ਕੀਤਾ। ਇਹ ਫਿਰ ਜਲੰਧਰ ਦੇ ਵਿੱਚ ਜਿਹੜੀ ਆ PAP ਉੱਥੇ ਰਹੇ। ਉੱਥੋਂ ਰਹਿ ਕੇ ਬਕਾਇਦਾ ਤੌਰ ਤੇ ਜਿਮ ਜਾਣਾ ਸ਼ੁਰੂ ਕਰਤਾ। ਜਿਮ ਦੇ ਵਿੱਚ ਇਹ ਫਿਰ 2000 ਵਿੱਚ ਪੂਰੇ ਰੈਸਲਰ ਬਣ ਗਏ। ਰੈਸਲਰ ਬਣ ਗਏ ਤੇ ਇਹਨਾਂ ਦਾ ਕੋਈ ਮਾਸ ਮੂਸ ਖਿੱਚਿਆ ਗਿਆ ਤੇ ਇਹ ਹਸਪੀਟਲ ਐਡਮਿਟ ਸੀ। ਤੇ ਜਿਹੜੀ ਹਰਵਿੰਦਰ ਕੌਰ ਸੀ ਉਹਦਾ ਵੀ ਕੋਈ ਰਿਸ਼ਤੇਦਾਰ ਐਡਮਿਟ ਸੀ। ਉਹ ਹਰਵਿੰਦਰ ਕੌਰ ਦੀ ਬੀਬੀ ਸੀਗੀ, ਉਹਦੀ ਫਿਰ ਹਸਪੀਟਲ ਦੇ ਚੀਜ਼ ਨਾਲ ਕੋਈ ਅੱਖ ਮਟਕਾ ਹੋਇਆ, ਗੱਲਬਾਤ ਬੜੀ ਤੇ ਬਾਅਦ ਦੇ ਵਿੱਚ ਸ਼ਾਦੀ ਕਰ ਉਹਦਾ ਸ਼ਾਦੀ ਕਰਦੇ ਨੇ। ਕਾਫੀ ਮਾਣ ਸਤਿਕਾਰ ਮਿਲਦਾ ਫਿਰ ਇਹਦਾ ਖਲੀ ਸਾਹਿਬ, ਬੜੇ ਅਵਾਰਡ ਮਿਲਦੇ, ਬੜਾ ਕੁਛ ਮਿਲਦਾ। AFC ਦੇ ਉਹਦੇ ਤੇ ਰਹੇ ਨੇ, ਬਹੁਤੇ ਪੜ੍ਹੇ ਲਿਖੇ ਨਹੀਂ ਸੀ, AFC ਉਹਦੇ ਤੇ ਰਹੇ। ਲੇਕਿਨ ਪਹਿਲਾਂ ਕਿਹਾ ਜਾਂਦਾ ਸੀ ਇਹ ਸੜਕ ਤੇ ਕੰਮ ਕਰਦਾ ਸੀ ਜੀ, ਬਜਰੀ ਢੋਣ ਡਿਆ ਸੀ, ਉਹਨੇ ਆਪਣੀ ਗੱਡੀ 'ਚ ਫਸਿਆ। ਕਾਕਾ ਤੈਨੂੰ ਭਰਤੀ ਕਰਨ ਇਹ ਨਹੀਂ ਹੁੰਦਾ ਵੀ ਮੈਂ ਸਿਕਿਉਰਿਟੀ ਗਾਰਡ ਸੀ। ਉਹਨੇ ਆਪਣੇ ਭਰਾ ਨੂੰ ਜਾ ਕੇ ਘਰ ਕੇ ਗੱਲ ਦੱਸੀ ਕਿ ਆਹ ਗੱਲ ਆ। ਉਹਦਾ ਭਰਾ ਕਹਿੰਦਾ ਬਹੁਤ ਵਧੀਆ। ਉਹ ਫਿਰ ਕਹਿਣ ਲੱਗੇ ਵੀ ਤੇਰੇ ਭਰਾ ਨੂੰ ਭਰਤੀ ਕਰਨੇ, ਤੂੰ ਆ ਜਾ। ਪਰ ਭਰਾ ਭਰਤੀ ਨਹੀਂ ਹੋਇਆ, ਇਹ ਭਰਤੀ ਹੋਏ। ਤੇ ਅੱਜ ਬਕਾਇਦਾ ਤੌਰ ਤੇ ਜਿਹੜੀ ਇਹ ਰਿੰਗ ਸੀਗਾ, ਅੱਜ ਹੁਣ BJP ਦੀ ਰਿੰਗ 'ਚ ਵੜ ਗਏ ਨੇ ਤੇ ਕਿਹਾ ਵੀ ਮੋਦੀ ਸਾਹਿਬ ਬੜੇ ਮਿਹਨਤੀ ਬੰਦੇ ਆ, ਬੜੇ ਇਮਾਨਦਾਰ ਬੰਦੇ ਆ, ਉਹਨਾਂ ਦੇ ਜਿੰਨਾ ਵਿਕਾਸ ਉਸਦਾ ਉਹ ਵਿਕਾਸ ਸ਼ਾਇਦ ਹੋਰ ਕਿਸੇ ਰਾਜ 'ਚ ਨਾ ਹੋਵੇ। ਜੀ ਮੈਂ ਮੋਦੀ ਸਾਹਿਬ ਦੀ ਦਿਆਨਤਦਾਰੀ ਵੇਖ ਕੇ ਭਾਜਪਾ ਜੁਆਇਨ ਕੀਤੀ ਆ। 21 ਨਵੰਬਰ 2021 ਨੂੰ ਇਹਦੀ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਕੇਜਰੀਵਾਲ ਨਾਲ ਮੁਲਾਕਾਤ ਹੁੰਦੀ ਜੀ। ਤੇ ਕੇਜਰੀਵਾਲ ਸਾਹਿਬ ਇਹੋ ਜਿਹੇ ਡੀਲ ਡੋਲੇ ਬੰਦੇ ਤੋਂ ਵੈਸੇ ਵੀ ਡਰ ਜਾਂਦੇ ਵੀ ਇਹ ਕਿਤੇ ਬੰਦਾ ਫੜੀ ਹੁੰਦੇ ਕੋਲ ਤੋੜ
ਕਿਉਂ ਤੁਹਾਨੂੰ ਪਤਾ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਜਦੋਂ ਉਹਨਾਂ ਸ਼ਮੂਲੀਅਤ ਕਰਨ ਦੀ ਪੂਰੀ ਗੱਲ ਮੁੱਕ ਗਈ ਸੀਗੀ, ਉਹਨੂੰ ਕਿਸੇ ਦੇ ਕਹਿੰਦੇ ਇਹ ਔਗਰੇਈ, ਸਿਆਸੀ ਔਗਰੇ, ਪੋਲੀਟੀਕਲ ਔਗਰੇਈ, ਤੈਨੂੰ ਖਾ ਜੂਗੀ। ਉਹ ਮੇਰੇ ਤੋਂ ਚੁੱਪ ਵੀ ਕਰ ਗਿਆ, ਗੱਲ ਹੀ ਨਹੀਂ ਕੀਤੀ। ਫਿਰ ਸਿੱਧੂ ਸਾਹਿਬ ਦੀ ਜਦੋਂ ਗੱਲ ਚੱਲੀ ਤੇ ਸਿੱਧੂ ਸਾਹਿਬ ਨੂੰ ਟਰਕਾਉਣਾ ਚਾਹੁੰਦੇ ਸੀ, ਆਪਣੇ ਤਰੀਕੇ ਨਾਲ ਟਰਕਾਤਾ। ਸਿੱਧੂ ਸਾਹਿਬ ਨਾਲ ਜਦੋਂ ਗੱਲ ਚੱਲੀ ਤਾਂ ਉਹ ਕਹਿੰਦੇ ਜੀ ਦੱਸੋ ਜੀ ਕੀ ਗੱਲ, ਕਹਿੰਦੇ ਜੀ ਤੁਹਾਡੀ ਪਤਨੀ ਨੂੰ ਅਸੀਂ ਬਕਾਇਦਾ ਤੌਰ ਤੇ ਚੋਣ ਲੜਾਵਾਂਗੇ, ਜਿਸ ਪੇਸ਼ੇ ਨਾਲ ਸੰਬੰਧਿਤ ਹੈਲਥ ਨਾਲ ਉਹਨਾਂ ਨੂੰ ਅਸੀਂ ਹੈਲਥ ਮਿਨਿਸਟਰ ਬਣਾਵਾਂਗੇ। ਉਹ ਕਹਿੰਦੇ ਉਹਦਾ ਤਾਂ ਹੋ ਗਿਆ, ਮੇਰਾ ਰੋਲ ਕੀ ਹੋਊਗਾ? ਕਹਿੰਦੇ ਤੁਸੀਂ ਸਾਡੇ ਸਟਾਰ ਪ੍ਰਚਾਰਕ ਹੋ ਗਏ ਬਸ। ਉਹ ਕਹਿੰਦਾ ਚੰਗਾ ਫਿਰ ਸਤਿ ਸ੍ਰੀ ਅਕਾਲ, ਮੈਂ ਚੱਲਿਆ। ਉਹਦੇ ਵਿੱਚ ਕਾਂਗਰਸ ਦੇ ਵਿੱਚ ਹੀ ਠੀਕ ਆ ਮੈਂ। ਇਸ ਕਰਕੇ ਉਹ ਤਿੰਨ ਬੰਦੇ ਵੇਖੋ ਕੰਮ ਦੇ ਤਿੰਨ ਬੰਦੇ ਦਾ ਨਹੀਂ ਲਿਆ। ਉਹਦਾ ਕਾਰਨ ਸੀਗਾ ਵੀ ਇਹ ਬੰਦੇ ਮੈਨੂੰ ਕਿਤੇ ਕਿਤੇ ਜਿਹੜੀ ਅੱਖਾਂ ਵਿਖਾ ਸਕਦੇ ਜੀ। 905 ਬਕਾਇਦਾ ਤੌਰ ਤੇ ਕਾਂਗਰਸ ਆ ਗਈ, ਜਦੋਂ ਰਾਹੁਲ ਨੂੰ ਮਿਲੇ, ਰਾਹੁਲ ਕਹਿੰਦਾ ਭਾਈ ਤੈਨੂੰ ਤੇ ਵੇਟ ਕਰਨ ਦੇ ਅਸੀਂ। ਪ੍ਰਿੰਕਾ ਨਾਲ ਗੱਲ ਹੋਈ, ਪ੍ਰਿੰਕਾ ਨੇ ਫਿਰ ਕਿਹਾ ਤੂੰ ਛੇਤੀ ਕਰ ਜੁਆਇਨ ਕਰ, ਆ ਫਾਰਮ ਭਰ, ਜੀ ਜੀ ਕਰ ਦਸਤਖਤ, ਤੈਨੂੰ ਹੁਣੇ 22 ਏਅਰ ਅਸੀਂ ਭੇਜਦੇ ਚੰਡੀਗੜ੍ਹ। ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਭਾਈ ਇਹ ਆ ਰਿਹਾ ਤੇਰੇ ਕੋਲੇ, ਮੀਟਿੰਗ ਹੋਈ ਤੇ ਸ਼ਿਵਲਿੰਗ ਕੱਢ ਕੇ ਟੇਬਲ ਤੇ ਰੱਖਤਾ। ਉਹ ਕਹਿੰਦੇ ਕੀ ਆਂਦਾ ਯਾਰ ਇਹ ਮੇਰਾ ਇਸ ਦਾ ਮੈਂ ਇਹੋ ਕਿੱਦੇ ਕਰਦਾ, ਕਹਿੰਦਾ ਕੋਈ ਗੱਲ ਨਹੀਂ ਕਰਨਾ। ਇਸ ਕਰਕੇ ਖਲੀ ਹੋਰਾਂ ਨੇ ਅੱਜ ਪੂਰੇ ਗੁਣ ਗਾਇਨ ਕੀਤੇ ਆ ਮੋਦੀ ਸਾਹਿਬ ਦੇ। ਅਰਨ ਸਿੰਘ ਜਨਰਲ ਸੈਕਟਰੀ ਨੇ ਦਿੱਲੀ ਦਾ ਦਫ਼ਤਰ ਦਾ ਬਣਿਆ ਵਾ ਬੀਜੇਪੀ ਦਾ, ਉੱਥੋਂ ਦਾ ਆਪਣਾ ਸਰੂਪਾ ਜਿਹਾ ਪਾ ਲਿਆ। ਉਹ ਕਹਿੰਦਾ ਜੀ ਮੈਂ ਇਮਾਨਦਾਰੀ ਨਾਲ ਜਿਹੜਾ ਵਾ ਬੀਜੇਪੀ ਦੇ ਵਿਕਾਸ ਵਾਸਤੇ, ਸਮਾਜ ਸੇਵਾ ਵਾਸਤੇ ਕੰਮ ਕਰੂਗਾ। ਜੀ ਜੀ। ਅੱਜ ਹਲਕਾ ਪੂਰਬੀ ਵਿੱਚੋਂ ਰਾਤ ਨੂੰ ਹੀ ਆਉਣੀ ਸ਼ੁਰੂ ਹੋ ਗਈਆਂ ਸੀਗੀਆਂ ਖਬਰਾਂ, ਔਰ ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਛੱਡਣ ਸਮੇਂ ਨਵੀਂ ਪਾਰਟੀ ਬਣਾਉਣ ਲਈ 200 ਕਰੋੜ ਦੀ ਆਫਰ ਆਈ ਸੀ ਸਿੱਧੂ ਨਾਲ। ਉਹਦੀ 2000 ਕਰੋੜ ਦੀ, ਆਮ ਸੌਰੀ ਇੱਕ ਜ਼ੀਰੋ ਮੈਂ ਘਟ ਗਿਆ। ਬੜਾ ਵੱਡਾ ਕਾਬਲਾ ਉਹ ਚੱਲਿਆ ਸੀ ਤੇ ਕਾਲਾ ਬੜਾ ਚੱਲਿਆ ਸੀ, ਘੁਟਾਲਾ ਚੱਲਿਆ ਸੀ। ਕਿੱਥੇ 200 ਕਿੱਥੇ 2000 ਕਰੋੜ ਦੀ ਆਫਰ ਆਈ ਸੀ। ਔਰ ਨਾਲ ਹੀ ਮੇਰੇ ਪਾਪਾ ਸ਼ਾਨ ਨਾਲ ਜਿੱਤਣਗੇ, ਸਿੱਧੂ ਦੀ ਬੇਟੀ ਰਾਬੀਆ ਵੀ ਚਰਚਾ 'ਚ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਪਹਿਲਾਂ ਆਪਾਂ ਸਿੱਧੂ ਸਾਹਿਬ ਦੀ ਗੱਲ ਕਰਦੇ ਹਾਂ। ਅੱਜ ਉਹ ਬਕਾਇਦਾ ਤੌਰ ਤੇ ਮਾਤਾ ਵੈਸ਼ਨੋ ਦੇ ਮੱਥਾ ਟੇਕ ਕੇ ਤੇ ਉੱਥੇ ਆਰਤੀ ਸ਼ਮੂਲੀਅਤ ਕਰਕੇ ਵਾਪਸ ਆਏ। ਉਹਨਾਂ ਨੇ ਕਿਹਾ ਵੀ 2 ਦਿਨ ਹੁੰਦੇ ਆ ਗੁਪਤ, ਜਿਨ੍ਹਾਂ ਬਾਰੇ ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਤੇ ਮੈਨੂੰ ਜਾਣਕਾਰੀ। ਤੇ ਪਿਛਲੇ 30 ਸਾਲਾਂ ਤੋਂ ਇਹਨਾਂ ਦਿਨਾਂ 'ਚ ਮੈਂ ਜਾ ਕੇ ਮਾਤਾ ਦੇ ਦਰਸ਼ਨ ਕਰਦਾ ਤੇ ਬਕਾਇਦਾ ਉੱਥੇ ਆਰਤੀ ਸ਼ਮੂਲੀਅਤ। ਅੱਜ ਕੋਈ ਨਵਾਂ ਨਹੀਂ ਲੱਗਾ ਮੈਂ, ਲੇਕਿਨ ਮੈਂ ਜਾ ਕੇ ਆ, ਜੇ ਕਿਸੇ ਨੂੰ ਇਤਰਾਜ਼ ਰਵੇ ਮੈਂ ਗਾਂਹ ਵੀ ਜਾਊਂਗਾ, ਇਹਦੀ ਗੱਲ ਨਹੀਂ ਜਾਊਂਗਾ। ਅਸੀਂ ਕੱਲ ਵੀ ਗੱਲ ਕੀਤੀ ਸੀ, ਵੇਖੋ ਖਾਲੀ ਮੈਦਾਨ ਛੱਡ ਕੇ, ਜੰਗ ਦਾ ਮੈਦਾਨ ਛੱਡ ਕੇ ਸਿੱਧੂ ਸਾਹਿਬ ਚਲੇ ਗਏ, ਲੇਕਿਨ ਆਪਣੀ ਜਿਹੜੀ ਆ ਉਹ ਅਕੀਦੇ ਦੀ ਗੱਲ ਕੀਤੀ ਕਿ ਮੇਰਾ ਵਿਸ਼ਵਾਸ ਹੈ ਮੈਂ ਗਿਆ। ਹੁਣ ਗੱਲ ਕਰਦੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਉਹ ਕਹਿੰਦੇ ਜਦੋਂ ਮੈਂ ਬੀਜੇਪੀ ਛੱਡੀ ਸੀ ਮੈਨੂੰ ਬਕਾਇਦਾ ਤੌਰ ਤੇ 2000 ਕਰੋੜ ਦੀ ਆਫਰ ਹੋਈ ਸੀ, ਪੈਸੇ ਲੈ ਲਓ ਤੇ ਚੌਥੀ ਪਾਰਟੀ ਬਣਾ ਲਓ। ਉਹ ਕਹਿੰਦਾ ਅੱਛਾ। ਉਹ ਬੰਦੇ ਨੂੰ ਮੈਂ ਕਿਹਾ ਸੀ ਤੂੰ ਮੇਰਾ ਦੀਨ ਖਰੀਦਣਾ ਚਾਹੁੰਦਾ, ਮੇਰੀ ਜ਼ਮੀਨ ਖਰੀਦਣਾ ਚਾਹੁੰਦਾ, ਚੁੱਕ ਆਪਣਾ 2000 ਕਰੋੜ ਮੈਨੂੰ ਚਾਹੀਦਾ, ਮੈਂ ਆਪਣੇ ਤਰੀਕੇ ਨਾਲ ਕੰਮ ਰਹਿਣ ਵਾਲਾ ਬੰਦਾ ਹੈ। ਵੀ ਮੈਨੂੰ ਵੇਖੋ, ਮੈਂ ਇਹ ਗੱਲ ਕਰਾਂ, ਮੈਂ ਕਾਂਗਰਸ ਨੇ ਮੈਨੂੰ ਕੁਛ ਦਿੱਤਾ ਨਹੀਂ, ਕਾਂਗਰਸ ਨੇ ਮੈਨੂੰ ਬਹੁਤ ਕੁਝ ਦਿੱਤਾ। ਆਉਂਦਿਆਂ ਨਵਾਜ਼ਿਆ, ਨਵਾਜ਼ ਕੇ ਬਕਾਇਦਾ ਤੌਰ ਤੇ MLA ਬਣਾਇਆ, MLA ਬਣਾਉਣ ਤੋਂ ਬਾਅਦ ਮੈਨੂੰ ਮੰਤਰੀ ਬਣਾਇਆ। ਮੈਂ ਆਪਣਾ ਕੰਮ ਕੀਤਾ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ। ਕਿਸੇ ਨੂੰ ਪਸੰਦ ਆਇਆ, ਕਿਸੇ ਨੂੰ ਨਹੀਂ ਆ, ਉਹ ਇੱਕ ਵੱਖਰੀ ਗੱਲ। ਕਹਿੰਦਾ 2 ਸਾਲ ਮੈਂ ਆਪਣੇ ਘਰ ਬੈਠਾ ਰਿਹਾ ਤੇ ਮੈਂ ਫਿਰ ਵੀ ਚਰਚਾ 'ਚ ਰਿਹਾ, ਲੇਕਿਨ ਜਦੋਂ ਮੈਂ ਆਇਆ ਤੇ ਬਕਾਇਦਾ ਤੌਰ ਤੇ ਮੈਨੂੰ ਜੇ ਪ੍ਰਧਾਨਗੀ ਦੇਤੀ, ਪ੍ਰਧਾਨਗੀ ਜਿਹੜੀ ਆ ਮੁੱਖ ਮੰਤਰੀ ਤੋਂ ਘੱਟ ਨਹੀਂ ਕੋਈ। ਉਹਨੂੰ ਕਿਹਾ ਗਿਆ ਜੀ ਵੇਖੋ ਜਿਹੜੇ ਚੰਨੀ ਸਾਹਿਬ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਕਾਂਗਰਸ ਨੇ ਜਾਣਤਾ ਤੇ ਹੁਣ ਤੁਸੀਂ ਡਿਪਟੀ ਮੁੱਖ ਮੰਤਰੀ ਬਣੋਗੇ? ਬਿਲਕੁਲ ਨਹੀਂ, ਬਿਲਕੁਲ ਨਹੀਂ ਡਿਪਟੀ ਬਣੂਗਾ। ਜਿਹੜੀ ਮੇਰੀ ਸੀਟ ਆ ਪੰਜਾਬ ਦੇ ਵਿੱਚ ਪ੍ਰਧਾਨਗੀ ਦੀ, ਉਹ ਮੁੱਖ ਮੰਤਰੀ ਦੇ ਉੱਤੋਂ ਤੇ ਡਿਪਟੀ ਮੁੱਖ ਦੇ ਉੱਪਰ ਹੈਗੀ ਜੀ। ਮੈਂ ਬਿਲਕੁਲ ਨਹੀਂ ਬਣੂਗਾ। ਮੈਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ, ਇਸੇ ਕਰਕੇ ਮੈਂ ਬਾਰ-ਬਾਰ ਕਹਿੰਦਾ ਵੀ ਮੇਰਾ ਹੁਣ ਆਖਰੀ ਸਵਾਸ ਤੱਕ ਮੈਂ ਕਾਂਗਰਸ ਚ ਰਹੂੰਗਾ ਜੀ।
ਰਹੀ ਗੱਲ, ਉਹਨੇ ਕਿਹਾ ਵੀ ਜਿਹੜੀ ਤੁਹਾਡੀ ਵਾਈਫ ਨੇ ਟਿੱਪਣੀ ਕੀਤੀ ਹੈ, ਤੁਹਾਡੀ ਬੇਟੀ ਨੇ ਟਿੱਪਣੀ ਕੀਤੀ, ਕਹਿੰਦਾ ਸਾਡੇ ਘਰ ਦਾ ਅਸੂਲ ਜਿਹੜੀ ਉਹਨਾਂ ਦੀ ਵਾਈਫ ਦਾ ਨਿਕਨੇਮ ਨੋਨੀ ਹੈ। ਉਹ ਕਹਿੰਦੇ ਨੋਨੀ ਮੇਰੀ ਪਤਨੀ ਹੈ, ਉਹਨੇ ਜੋ ਕਿਹਾ ਵਾ ਠੀਕ, ਉਹਦੀ ਵਿਚਾਰਧਾਰਾ ਆਪਣੀ ਹੈਗੀ, ਜੋ ਮਰਜ਼ੀ ਕਹੀ ਜਾਵੇ, ਉਹ ਆਜ਼ਾਦ ਆ। ਔਰ ਅਸੀਂ ਕਦੀ ਉਹਦੀ ਸੋਚ ਤੇ ਕਦੀ ਟਿੱਪਣੀ ਵੀ ਨਹੀਂ ਕੀਤੀ ਜੀ। ਚਾਵਲਾ ਸਾਹਿਬ ਅੱਜ ਤੋਂ 2 ਸਾਲ ਪਹਿਲਾਂ ਬਕਾਇਦਾ ਤੌਰ ਤੇ ਨਵਜੋਤ ਕੌਰ ਸਿੱਧੂ ਨੇ ਇੱਕ ਇੰਟਰਵਿਊ 'ਚ ਕਿਹਾ ਸੀ, ਪੁੱਛਿਆ ਜੀ ਵੀ ਜੇ ਤੁਹਾਨੂੰ ਕਾਂਗਰਸ ਫਲਾਣੀ ਚ ਦੇ, ਮੈਂ ਤੇ ਕਾਂਗਰਸ ਛੱਡ ਚੁੱਕੀ ਹਾਂ, ਮੈਂ ਕਾਂਗਰਸ ਬਹੁਤ ਦੇਰ ਦੀ ਛੱਡ ਚੁੱਕੀ ਹਾਂ, ਜੇ ਛੱਡ ਚੁੱਕੀ ਹਾਂ ਤੇ ਫਿਰ ਤੁਸੀਂ ਜੋ ਮਰਜ਼ੀ ਕਹਿ ਸਕਦੇ ਜੀ ਜੀ। ਉਹ ਕਹਿੰਦੇ ਆ ਵੇਖੋ, ਮੈਂ ਆਪਣੇ ਇਲਾਕੇ ਦੇ ਵਿੱਚ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੁੰਡਾਗਰਦੀ ਡਟ ਕੇ ਵਿਰੋਧਤਾ ਕੀਤੀ ਤੇ ਮੈਂ ਵੀ ਗਵੇਂ ਕਰਨੀ। ਅੱਜ ਦੀ ਡੇਟ ਦੇ ਵਿੱਚ ਮਹਿਕਮੇ ਜਿੱਤਿਆ ਮੇਰੇ ਖਿਲਾਫ ਇਲੈਕਸ਼ਨ ਲੜਦਾ ਆ, ਲੜੀ ਜਾਵੇ, ਕੋਈ ਗੱਲ ਨਹੀਂ, ਲੇਕਿਨ ਉਹਦਾ ਹੈ ਇੱਥੇ ਕੀ ਹੈ ਜੀ। ਮੈਂ 3 ਪੁਲ ਬਣਾਏ, 3 ਪੁਲ ਜਿਹੜੇ ਅਜੇ ਵੀ ਅੰਡਰ ਕੰਸਟਰਕਸ਼ਨ ਨੇ, ਬਣ ਰਹੇ ਨੇ, ਬਣ ਜਾਣਗੇ, ਹੋਰ ਸਾਲ ਨੂੰ ਬਣਨਗੇ, 6 ਮਹੀਨੇ ਬਣ ਜਾਣਗੇ। 3 ਪੁਲ ਬਣਾਏ ਜਿਹੜੇ ਪਿਛਲੇ 70 ਸਾਲਾਂ ਤੋਂ ਕਿਸੇ ਨੇ ਉਹਦਾ ਖਿਆਲ ਕੀਤਾ, ਤੇ ਮੈਨੂੰ ਕਿਵੇਂ ਕਹਿੰਦੇ ਵਿਕਾਸ ਨਹੀਂ ਕੀਤਾ। ਬਾਕੀ ਜਿਹੜੀਆਂ ਸੜਕਾਂ ਬਣਾਉਣੀਆਂ ਵਾ, ਇਮਾਰਤਾਂ ਖੜੀ ਕਰਨਾ, ਮੈਂ ਇਹਨੂੰ ਵਿਕਾਸ ਨਹੀਂ ਕਹਿੰਦਾ। ਮੈਂ ਚਾਹੁੰਦਾ ਵਿਕਾਸ ਉਦੋਂ ਹੋਊਗਾ ਜਦੋਂ ਲੋਕਾਂ ਦੀ ਪਰਚੇਜ ਸ਼ਕਤੀ ਵਧੂਗੀ, ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਉਹਨੂੰ ਕਿਹਾ ਵੀ ਜੇ ਚੰਨੀ ਸਾਹਿਬ ਤੇ ਮੁੱਖ ਮੰਤਰੀ ਬਣ ਜਾਂਦੇ ਆ ਤੇ ਕੱਲ ਨੂੰ ਤੁਹਾਡਾ ਏਜੰਡਾ ਲਾਗੂ ਨਹੀਂ, ਕਹਿੰਦਾ ਮੈਂ ਬੋਲੂਗਾ, ਮੈਂ ਆਪਣੀ ਗੱਲ ਫਿਰ ਕਰੂੰਗਾ, ਲਾਗੂ ਕਰੇ ਉਹਨੂੰ। ਅਸੀਂ ਪੰਜਾਬ ਦੇ ਭਲੇ ਦੀ ਗੱਲ ਜਾਰੀ ਰੱਖਾਂਗੇ ਜੋ ਮਰਜ਼ੀ ਹੋ ਜਾਏ। ਉਹ ਕਹਿੰਦਾ, ਉਹਨੂੰ ਪੁੱਛਿਆ ਵੀ ਮੁੱਖ ਮੰਤਰੀ, ਕਹਿੰਦਾ ਮੁੱਖ ਮੰਤਰੀ ਤੋਂ ਹੀ ਬੋਲੀ ਜਿਹੜੇ 60 ਐਮਐਲਏ ਦੇ ਨਾਲ ਹੋਣਗੇ, ਜਦੋਂ ਬਣ ਨਹੀਂ ਸਕਦਾ। ਬਿਲਕੁਲ 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 ਜੀ। ਉਹ ਕਹਿੰਦਾ ਜੀ ਵੇਖੋ, ਆਪ ਦਾ ਵੀ ਰੌਲਾ ਪੈਂਦਾ ਫਿਰਦਾ ਤੇ ਤੁਹਾਡਾ ਵੀ ਕਾਂਗਰਸ ਬਾਰੇ ਵੀ ਤੁਸੀਂ ਉਮੀਦਵਾਰ ਲਾਂ ਦਿੱਤਾ ਜੀ ਜੀ। ਉਹ ਕਹਿੰਦਾ ਮੈਨੂੰ ਨਹੀਂ ਪਤਾ ਕੌਣ ਬਣੂਗਾ, ਲੇਕਿਨ ਮੈਂ ਇੰਨੀ ਗੱਲ ਕਰੂੰਗਾ, ਸੁੱਖਾ ਅਮਲੀ ਨਹੀਂ ਬਣ ਸਕਦਾ, ਅਮਲੀ ਨਹੀਂ ਬਣ ਸਕਦਾ, ਜਿਹੜੇ ਸ਼ਬਦ ਵਰਤੇ ਉਹਨਾਂ ਜੀ, ਹਾਂਜੀ ਹਾਂਜੀ, ਉਹ ਨਹੀਂ ਬਣ ਸਕਦਾ। ਸਾਡਾ ਕੋਈ ਨਾ ਲਾਗਾ ਤੇ ਕਹਿੰਦੇ ਉਹਦੇ ਲਫ਼ਜ਼ ਰਿਹਾ ਸੀ, ਅਸੀਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਾਂਗੇ ਉਹਦੇ ਸਤਿਕਾਰਯੋਗ ਪ੍ਰਧਾਨ ਨੇ। ਉਹ ਕਹਿੰਦੇ ਇਹਨਾਂ ਨੇ ਲੁੱਟ ਮਚਾਈ ਸੀ ਪਿਛਲੇ 10 ਸਾਲ, ਬਕਾਇਦਾ ਤੌਰ ਤੇ ਸੰਦੀਪ ਟਰਾਂਸਪੋਰਟ ਤੇ ਮਾਦੋ ਟਰਾਂਸਪੋਰਟ ਜਿਹੜੀ ਆ, ਇਹਨਾਂ ਪਿਸਤੌਲ ਦੀ ਨੋਕ ਤੇ ਕਿਰਪਾਨ ਦੀ ਧਾਰ ਤੇ ਧੱਕੇ ਨਾਲ ਲਈ ਜੀ ਜੀ, ਪੁੱਛੋ ਜਾ ਕੇ ਜੀ। ਕਹਿੰਦਾ ਅਸੀਂ ਹੁਣ ਇਹ ਗੁੰਡਾਗਰਦੀ ਨਹੀਂ ਹੋਣ ਦੇਣੀ ਇਸ ਲਈ ਜੀ ਜੀ। ਮੇਰੇ ਪਾਪਾ ਸ਼ਾਨ ਨਾਲ ਜਿੱਤਣਗੇ। ਕੁਇਕਲੀ ਕੀ ਕਹਿਣਾ ਚਾਹੋਗੇ? ਉਸ ਤੋਂ ਬਾਅਦ 1-2 ਕੁਐਸਚਨ ਨੇ, ਸਮਾਂ ਸਾਡੇ ਕੋਲ ਥੋੜਾ ਹੈ। ਹਾਂਜੀ। ਬਕਾਇਦਾ ਤੌਰ ਤੇ ਜਿਹੜੀ ਉਹਨਾਂ ਦੀ ਬੇਟੀ ਰਾਬੀਆ ਵਾ ਜੀ ਜੀ, ਰਾਬੀਆ ਇਹ ਗੱਲ ਕਹਿ ਰਹੀ ਆ ਕਿ ਮੇਰੇ ਪਾਪਾ ਛਾਨ ਜਿੱਤਣਗੇ। ਇੱਥੇ ਬਕਾਇਦਾ ਤੌਰ ਤੇ ਜਿਹੜੇ ਲੋਕ ਹੋਰ ਇਲੈਕਸ਼ਨ ਲੜ ਰਹੇ ਆ ਨਾ, ਉਹ ਡਰੱਗ ਦੇ ਵਪਾਰੀ ਨੇ। ਬਕਾਇਦਾ ਤੌਰ ਤੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਇੱਥੋਂ ਦੇ ਲੋਕ ਨੇ, ਉਹਨਾਂ ਆਪਣੇ ਬੱਚਿਆਂ ਨੂੰ ਡਰੱਗ ਦੇ ਵਿੱਚ ਪਾਉਣਾ ਕਿ ਐਜੂਕੇਸ਼ਨ ਦਿਵਾਉਣੀ। ਉਹ ਕਹਿੰਦੀ ਮਜੀਠੇ ਦੀ ਗੱਲ ਕਰ ਲਓ ਤੇ ਮਜੀਠੇ ਦੀਆਂ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਡਰੱਗ ਮਿਲਦੀ 20 ਰੁਪਏ ਦੀ। ਉਹ ਕਿਹਦੀ ਦੇਣ? ਜੇ ਇਹ ਦੇਣ ਇਹਨਾਂ ਦੀ ਆ ਤੇ ਫਿਰ ਇਹਨਾਂ ਨੂੰ ਲੋਕ ਵੋਟ ਨਹੀਂ ਪਾਉਣਗੇ। ਮੇਰੇ ਪਾਪਾ ਛੰਨ ਜਿੱਤਣਗੇ, ਬਿਲਕੁਲ ਲੋਕਾਂ ਵਾਸਤੇ ਕੰਮ ਕੀਤਾ, ਉਹਨਾਂ ਦੀ ਇਮਾਨਦਾਰੀ ਦਾ ਕਿਸੇ ਨੂੰ ਸ਼ੱਕ ਨਹੀਂ ਹੈਗਾ। ਉਹ ਕਹਿੰਦੀ ਹੈ ਵੀ ਵੇਖੋ, ਜਿਹੜੀ ਮੇਰੇ ਪਾਪਾ ਤੇ ਕਈ ਪ੍ਰਕਾਰ ਦੇ ਇਲਜ਼ਾਮ ਲਾਉਂਦੇ, ਕੋਈ ਇਲਜ਼ਾਮ ਸਭ ਝੂਠੇ। ਪਹਿਲੇ ਨੰਬਰ ਤੇ ਮੇਰੇ ਪਾਪਾ ਰਹਿਣਗੇ, ਦੂਸਰੇ ਨੰਬਰ ਤੇ ਬਕਾਇਦਾ ਤੌਰ ਤੇ ਜਿਹੜੀ ਬੀਬੀ ਖੜੀ ਨੇ ਆਪ ਦੀ, ਤੀਜੇ ਨੰਬਰ ਤੇ ਰਹੂਗਾ ਬਕਾਇਦਾ। ਇਹ ਮਤ ਸੋਚੇ ਵੀ ਟੱਕਰ ਟੁੱਕਰ ਕੋਈ ਨਹੀਂ ਇੱਥੇ ਹੈਗੀ। ਇਸ ਕਰਕੇ ਉਹ ਇਹ ਗੱਲ ਕਹਿੰਦੀ ਬੀਬੀ ਵੀ ਮੇਰੇ ਪਾਪਾ ਜਿਹੜੇ ਨੇ ਉਹਨਾਂ ਨੇ ਕਾਫੀ ਕੰਮ ਕੀਤਾ ਹੁਣ ਤੱਕ, ਕਈ ਬੇਟੀਆਂ ਦੀਆਂ ਸ਼ਾਦੀਆਂ ਵੀ ਕੀਤੀਆਂ ਵਾ। ਉਹਨੂੰ ਜਦੋਂ ਕਿਹਾ ਕਿ ਤੁਹਾਡੀ ਮੈਰਿਜ ਬਾਰੇ, ਉਹਨਾਂ ਕਹਿੰਦਾ ਬਿਲਕੁਲ ਠੀਕ ਆ, ਸਾਡੀ ਕਮਾਈ ਜਿਹੜੀ ਪਹਿਲਾਂ ਵਰਗੀ ਸੀ ਉਹ ਕਮਾਈ ਨਹੀਂ ਰਹੀ। ਮੈਂ ਪੜ੍ਹਨ ਜਾਣਾ ਸੀ ਤੇ ਮੇਰੇ ਪਾਪਾ ਕਹਿੰਦੇ ਬੇਟੇ ਪੈਸੇ ਨਹੀਂ ਹੈਗੇ। ਮੈਂ ਕਿਹਾ ਚਲੋ ਠੀਕ ਨਹੀਂ ਹੈਗੇ ਤੇ ਮੈਂ ਬਾਹਰ ਹੀ ਜਾਊ। ਉਹ ਕਹਿੰਦੀ ਆ ਜਿਹੜੇ ਸਾਡੇ ਲੜਦੇ ਨਾ, ਇਹ ਗੁਰੂ ਦੀ ਗੋਲਕ ਦੇ ਚੋਰ ਨੇ। ਜਿਨ੍ਹਾਂ ਨੇ ਗੁਰੂ ਦੀ ਗੋਲਕ ਨਹੀਂ ਛੱਡੀ, ਉਹ ਲੋਕਾਂ ਨੂੰ ਕਿੱਥੋਂ ਛੱਡਣ ਜੀ। ਇਸ ਕਰਕੇ ਮੈਂ ਇਹਨਾਂ ਕੀ ਕਹਿਣਾ ਚਾਹੁੰਦੀ ਆ ਕਿ ਸਾਡਾ ਇਹਨਾਂ ਨਾਲ ਕੋਈ ਮੁਕਾਬਲਾ ਨਹੀਂ। ਇੱਕ ਗੱਲ ਪੱਟੀ ਸਾਹਿਬ ਨਾ ਮੰਨਣ ਯੋਗ ਹੈ, ਹੋਲੀ ਸਿਟੀ ਦੇ ਵਿੱਚ ਜਿਹੜਾ ਵੱਡਾ ਮਹਿਲ ਇਹਨੇ ਵਲਿਆ ਹੈ, 1 ਕਰੋੜ ਦਾ ਉਹਦੇ ਵਿੱਚ
ਆਸਥਾ ਦੇ ਮੁਤਾਬਕ ਸ਼ਿਵਲਿੰਗ ਪੜਨ ਨੂੰ ਮਿਲਦਾ ਕਿ ਲਾਇਆ। ਜੀ ਜੀ ਜੀ। ਜਿੱਡਾ ਵੱਡਾ ਮਹਿਲ ਆ ਮੇਰੇ ਖਿਆਲ ਚ ਪੈਦਲ ਤੁਰ ਕੇ ਤੇ ਬੰਦਾ ਉਹਦੀ ਸੈਰ ਨਹੀਂ ਕਰ ਸਕਦਾ ਮਾੜਾ ਬੰਦਾ। ਹਾਂਜੀ। ਤੇ ਬਾਪੂ ਕੋ ਪੈਸੇ ਹੈ ਨਹੀਂ ਧੀ ਦੀ ਐਜੂਕੇਸ਼ਨ ਵਾਸਤੇ, ਆਹ ਸੰਘੋਂ ਨਹੀਂ ਲੱਥਦਾ। ਬਾਕੀ ਤੇ ਚਲੋ ਠੀਕ ਆ। ਇਹ ਗੱਲ ਤੇ ਸਿੱਧੂ ਸਾਹਿਬ ਨੇ ਆਪ ਵੀ ਕਹੀ ਹੈ। ਕਹੀ ਜਾਵੇ, ਇਹ ਤਾਂ ਵੇਖੋ ਗੱਲ ਆ ਨਾ, ਕਹੀ ਜਾਵੇ ਕਿ ਉਹਦਾ ਬੱਚੀ ਨੇ ਡ੍ਰੌਪ ਕਰ ਲਿਆ, ਵਿਦੇਸ਼ ਜਾਣ ਲਈ ਉੱਥੇ ਪੜ੍ਹਨਾ ਪਿਆ, ਇਹ ਤਾਂ ਰਾਜਨੀਤੀ। ਹਾਂਜੀ। ਮਾਂ ਹੋਵੇ ਡਾਕਟਰ, ਵੇਖੋ ਜੀ ਵੇਖੋ ਪੱਟੀ ਸਾਹਿਬ ਲੈਟ ਮੀ, ਮਾਂ ਹੋਵੇ ਡਾਕਟਰ, ਰਾਜਨੀਤੀ ਆਉਣ ਤੋਂ ਪਹਿਲਾਂ ਹੀ ਸਾਡੇ ਤਾਂ ਪੰਜਾਬ ਦੇ ਵਿੱਚ ਬੱਚਾ ਕਵੇ ਸਹੀ ਮਾਂ ਬਾਪ ਨੂੰ ਕਿ ਮੈਂ ਵਿਦੇਸ਼ ਪੜ੍ਹਨ ਜਾਣਾ ਜਾਂ ਮੇਰੀ ਆਹ ਤਮੰਨਾ ਹੈ, ਤੇ ਬਾਪ ਮਾਂ ਇਧਰੋਂ ਉਧਰੋਂ ਫੜ ਕੇ ਲੈ ਜਾਂਦਾ। ਲਾਫਟਰ ਚੈਲੰਜ ਦੇ ਵਿੱਚ ਉੱਥੇ ਜਿਹੜਾ ਤੁਹਾਡਾ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਕਿੰਨੇ ਕਰੋੜ ਰੁਪਈਆ ਮਿਲਦਾ। ਸਿੱਧੂ ਸਾਹਿਬ ਤੁਸੀਂ ਬਿਗ ਬੌਸ ਦੇ ਵਿੱਚ ਰਹਿ ਗਏ, ਕਿੰਨੇ ਕਰੋੜ ਲੈ ਕੇ ਆਏ ਹੋ। ਇਹ ਨਹੀਂ ਗੱਲ ਨਿਕਲਦੀ, ਇਹ ਗੱਲ ਨਹੀਂ ਸੰਗੋਂ ਥੱਲੇ ਉਤਰਦੀ। ਵੇਖੋ ਗੱਲ ਆ ਜਿੱਥੇ ਸਿੱਧੂ ਸਾਹਿਬ ਸਹੀ ਆ, ਸਹੀ ਆਪਾਂ ਸਹੀ ਕਹਿੰਦੇ ਆ, ਆਹ ਗੱਲ ਸੰਗੋਂ ਨਹੀਂ ਉਤਰਦੀ। ਮਾੜੇ ਤੋਂ ਮਾੜਾ ਬੰਦਾ ਵੀ ਐਜੂਕੇਸ਼ਨ ਵਾਸਤੇ ਇੱਧਰ ਉੱਧਰ ਕਰਕੇ ਬੱਚੇ ਦੀ ਪੜ੍ਹਾਈ ਵਾਸਤੇ ਯਾਰ ਕੋਸ਼ਿਸ਼ ਕਰਦਾ ਹੈ। ਆਹ ਗੱਲ ਨਹੀਂ, ਬਾਕੀ ਸਾਰੀਆਂ ਠੀਕ ਨੇ। ਚਲੋ ਐ ਨਹੀਂ, ਆਪਾਂ ਲਖੀਮਪੁਰ ਵਾਲੀ ਗੱਲ ਕਰ ਲਈਏ, 4 ਮਿੰਟ ਨੇ। ਉਹ ਜਿਹੜੀ ਗੱਲ ਤੁਸੀਂ ਗੱਲ ਕਰਦੇ, ਆਪਾਂ ਆਪਣੀ ਗੱਲ ਨਹੀਂ ਕਰ ਰਹੇ, ਆਪਾਂ ਤੇ ਗੱਲ ਕਰ ਰਹੇ ਉਹ ਬੀਬੀ ਜੀ ਦਰਾਬੀ ਦੀ ਕਰ ਰਹਾ ਕੀ ਕਹਿ ਰਹੀ ਹੈ। ਨਹੀਂ ਸਿੱਧੂ ਨੇ ਵੀ ਕਿਹਾ ਆ ਵੀ ਆਹ ਗੱਲ ਸਾਡੇ ਮੰਨਣ ਯੋਗ ਨਹੀਂ ਵੀ ਯਾਰ ਤੇਰੇ ਕੋਲ ਪੈਸੇ ਹੈ ਨਹੀਂ ਬੱਚੇ ਦੀ ਐਜੂਕੇਸ਼ਨ ਵਾਸਤੇ। ਸਾਰਿਆਂ ਨੂੰ ਇਹ ਤੇ ਸਾਰਿਆਂ ਨੂੰ ਪਤਾ ਜੀ, ਇਹ ਗੱਲ ਕਿਤੇ ਮੰਨਣ ਯੋਗ ਨਹੀਂ। ਲੇਕਿਨ ਇਸਦਾ ਬਿਆਨ ਕਹਿ ਰਹੇ ਹੋ, ਕਹਿੰਦੀ ਆ ਵੀ ਬਕਾਇਦਾ ਤੌਰ ਤੇ ਸਾਡੇ ਬੰਦਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਜਿਹੜੇ ਬੂਟੇ ਲਾਏ ਆ ਉੱਥੇ ਇਹਦੇ ਮਹਿਲ ਦੇ ਵਿੱਚ, ਹੋਲੀ ਸਿਟੀ ਦੇ ਵਿੱਚ, ਉੱਥੇ ਰੱਖੇ ਸਿਕਿਉਰਿਟੀ ਗਾਰਡ ਜਿਹੜੇ ਉਹ ਮਤਲਬ ਮਾਲੀ ਰੱਖੇ ਨੇ, ਉਨੀ ਕਿ ਤਨਖਾਹ ਤੇ ਉਦਾਂ ਹੀ ਲੈ ਜਾਂਦੇ ਨੇ ਜਿੰਨਾ ਕਿ ਬੀਬੀ ਦੀ ਪੜ੍ਹਾਈ ਤੇ ਖਰਚਾ ਆਣਾ। ਖੈਰ ਐਨੀਵੇ ਚਲੋ ਬੱਚੀ ਸੱਚ ਪੰਡਤ ਰੱਖੇ ਨੇ ਜੀ, ਪੰਡਤ ਇੱਕ ਦੀ ਮੇਰੇ ਕੋਲ ਦਰਜਨਾ ਪੰਡਤ ਰੱਖੇ ਨੇ, ਮਾਲੀ ਰੱਖੇ ਨੇ, ਬਕਾਇਦਾ ਤੌਰ ਤੇ ਉੱਥੇ ਦਰਖਤ ਲੱਗੇ, ਕੋਈ ਅਹਿਮਦਾਬਾਦ ਤੋਂ ਆਇਆ, ਕੋਈ ਮੁੰਬਈ ਤੋਂ ਆਇਆ, ਕੋਈ ਕਿੱਥੋਂ ਆਇਆ। ਬਸ ਮੈਂ ਪਹਿਲਾਂ ਕਹਿਤਾ ਜੀ ਉਹ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ। ਤੇ ਹਾਂ ਗੱਲ ਸੰਘੋਂ ਨਹੀਂ ਉਤਰਦੀ ਕਿ ਮੇਰੀ ਐਜੂਕੇਸ਼ਨ ਵਾਸਤੇ ਮੇਰੇ ਮਾਂ-ਬਾਪ ਕੋ ਪੈਸੇ ਨਹੀਂ ਸਨ। ਜੀ ਜੀ ਇਹ ਗੱਲ ਨਹੀਂ ਸੰਘੋਂ ਉਤਰਦੀ। ਸਿੱਧੂ ਸਾਹਿਬ ਇਹ ਕਹਿੰਦੇ ਆ, ਕਹਿੰਦੇ ਠੀਕ ਆ। ਚਲੋ ਜੋ ਕਹਿੰਦੇ ਠੀਕ ਆ। ਅੱਜ ਤੇ ਲੋੜ ਆ ਬਾਪਾ ਦੀ ਪਰੀ ਆ, ਪਾਪਾ ਦੀ ਹੱਕ ਚ ਬੋਲਣਾ। ਪਾਪਾ ਦੀ ਬੜੀ ਬਿਲਕੁਲ ਠੀਕ ਹੈ। ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਅਸੀਸ ਮਿਸਰਾ ਨੂੰ ਮਿਲੀ 4 ਮਹੀਨੇ ਬਾਅਦ ਜ਼ਮਾਨਤ, ਕੀ ਕਹਿਣਾ ਚਾਹੋਗੇ? 3 ਅਕਤੂਬਰ 2021 ਨੂੰ ਇਹ ਕਾਂਡ ਵਾਪਰਦਾ ਜੀ। ਹਾਂ। ਜਿਹਦੇ ਵਿੱਚ 8 ਵਿਅਕਤੀ ਮਾਰੇ ਜਾਂਦੇ ਆ, ਜੀ 4 ਕਿਸਾਨ ਹੁੰਦੇ, ਇੱਕ ਜਿਹੜਾ ਬਕਾਇਦਾ ਤੌਰ ਤੇ ਪੱਤਰਕਾਰ ਹੁੰਦਾ ਉਹ ਮਾਰਿਆ ਜਾਂਦਾ ਜੀ। 3 ਬੰਦੇ ਫਿਰ ਜਿਹੜੀ ਉਹ ਭੀੜ ਆ ਉਹ ਕੁੱਟ ਕੇ ਮਾਰ ਦਿੰਦੀ ਬੀਜੇਪੀ ਦੇ ਵੱਲ ਜੀ। ਉਹ ਵੀ ਪਰਚੇ ਹੋ ਗਏ, ਬਰਾਬਰ ਤੇ ਪਰਚਾ ਹੈ ਜੀ ਜੀ। ਉਹਦੇ ਵਿੱਚ ਬਕਾਇਦਾ ਤੌਰ ਤੇ ਪਹਿਲਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਫਿਰ ਹਾਈ ਕੋਰਟ ਸੁਪਰੀਮ ਕੋਰਟ ਨੇ ਜਿਹੜਾ ਸੀ ਉਹਨੇ ਕਾਰਵਾਈ ਕੀਤੀ ਤੇ ਉਹਦੀ ਨਿਗਰਾਨੀ ਹੇਠ ਬਕਾਇਦਾ ਤੌਰ ਤੇ ਸਿੱਟ ਬਣੀ। ਸਿੱਟ ਨੇ 5000 ਪੇਜ ਹੀ ਆਪਣੀ ਚਾਰਜ ਸ਼ੀਟ ਦਾਖਲ ਕੀਤੀ ਹੈ ਤੇ ਪਿਛਲੇ 4 ਮਹੀਨੇ ਤੋਂ ਬਕਾਇਦਾ ਤੌਰ ਤੇ ਆਸ਼ੀਸ਼ ਮਿਸ਼ਰਾ, ਜਿਹਦਾ ਫਾਦਰ ਇਹਦੇ ਮਿਸ਼ਰਾ ਸੈਂਟਰ ਚ ਮਿਨਿਸਟਰ ਆ, ਜਿਹੜਾ ਸਤੰਬਰ ਦੇ ਵਿੱਚ 2021 ਧਮਕੀ ਦਿੰਦਾ ਕਿਸਾਨਾਂ ਨੂੰ, ਤੁਸੀਂ ਮੇਰਾ ਪਿਛੋਕੜ ਨਹੀਂ ਜਾਣਦੇ ਮੈਂ ਕੌਣ। ਉੱਥੇ ਤਿੰਨਕੂਆ ਪਿੰਡ ਉਹਦੇ ਲਾਗੇ ਇਹਨਾਂ ਨੇ ਇੱਕ ਬਲਬੀਰਪੁਰ ਪਿੰਡ ਆ, ਉੱਥੇ ਬਕਾਇਦਾ ਤੌਰ ਤੇ ਹੈਲੀਪੈਡ ਬਣਾਇਆ ਸੀ। ਉੱਥੇ ਆ ਕੇ ਜਿਹੜੇ ਮੌਰੀਆ ਡਿਪਟੀ ਮੁੱਖ ਮੰਤਰੀ ਉੱਥੇ ਉਹਨਾਂ ਨੂੰ ਉਤਰਨਾ ਸੀ। ਕਿਸਾਨਾਂ ਨੇ ਉਤਰ ਦਿੱਤਾ, ਉਹ ਕਿਸੇ ਨੂੰ ਨਹੀਂ ਉਤਰ ਦਿੰਦੇ। ਉਸ ਰੋਜ਼ ਦੇ ਵਜੋਂ ਇਹਨਾਂ ਨੇ ਕਾਰਵਾਈ ਕੀਤੀ ਸੀ ਤੇ ਅੱਜ 4 ਮਹੀਨੇ ਬਾਅਦ ਆਸ਼ੀਸ਼ ਮਿੱਠੇ ਦੀ ਜ਼ਮਾਨਤ ਮਿਲ ਗਈ। ਉਹ ਮੇਨ ਦੋਸ਼ੀ ਹੈ ਜੀ। ਪਹਿਲਾਂ ਇਹਦੇ ਮਾਮੇ ਨੂੰ ਜ਼ਮਾਨਤ ਮਿਲੀ ਸੀ ਜਿਹਨੂੰ ਭਾਈ ਸਾਜ਼ਿਸ਼ ਸ਼ਾਮਲ ਹੋ। ਜੀ ਜੀ ਜੀ। ਹੁਣ ਇਹਨੂੰ ਮਿਲ ਗਈ, ਬਾਕੀ ਨੂੰ ਮਿਲ ਜੂਗੀ। ਟੋਟਲ 14 ਬੰਦੇ ਜੇਲ੍ਹ ਚ ਬੰਦ ਨੇ ਇਹਨਾਂ ਦੇ, ਬਾਕੀ ਨੂੰ ਜ਼ਮਾਨਤ ਮਿਲ ਜੂਗੀ। ਤੇ ਅੱਜ ਉਹਨੇ ਆਪਣੇ ਘਰ ਆ ਕੇ ਗੱਦੇ ਤੇ ਜ਼ਰੂਰ ਆਮ ਕੀਤਾ, ਲੇਕਿਨ ਫਿਰ ਕਹਿੰਦਾ ਜੀ ਮੈਂ ਤੇ ਨਿਰਦੋਸ਼ ਹਾਂ, ਮੈਨੂੰ ਤੇ ਫਸਾਇਆ ਗਿਆ। ਬਹੁਤ ਸ਼ੁਕਰੀਆ, ਮਿਹਰਬਾਨੀ। ਜ਼ਮਾਨਤ ਤੋਂ ਯਾਦ ਆ ਗਿਆ ਦੋਸਤੋ, ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ 1984 ਦੇ ਵਿੱਚ ਇੱਕ ਨੌਜਵਾਨ ਜੇਲ੍ਹ ਦੇ ਵਿੱਚੋਂ ਗ੍ਰਿਫਤਾਰ ਹੁੰਦਾ ਜਾਂਦਾ ਹੈ। ਉਹਦੀ ਮਾਂ ਉਹਦੀ ਮੁਲਾਕਾਤ ਲਈ ਜਾਂਦੀ ਹੈ। 2 ਭਰਾ ਨੇ ਤੇ ਇੱਕ ਭਰਾ ਉਦੋਂ ਹੀ ਚੜਾਈ ਕਰ ਜਾਂਦਾ। ਉਸ ਸਮੇਂ ਦਰਮਿਆਨ ਉਹ ਪੁੱਤ ਮਾਂ ਨੂੰ ਲਾਰਾ ਲਾਉਂਦਾ ਰਿਹਾ ਕਿ ਤੇਰੇ ਛੋਟੇ ਬੇਟੇ ਦੀ ਜਿਹੜੀ ਦੂਜੇ ਪੁੱਤਰ ਦੀ ਜ਼ਮਾਨਤ ਉਹਦੀ ਜਿਹੜੀ ਹੈ ਲੱਗੀ ਹੋਈ ਹੈ, ਤੇ ਪਰੰਤੂ ਮੁਲਾਕਾਤ ਨਹੀਂ ਪ੍ਰੂਵ ਹੋ ਰਹੀ, ਉਹ ਕਿਸੇ ਹੋਰ ਜੇਲ੍ਹ ਦੇ ਵਿੱਚ ਹੈ। ਪਰ ਉਦੋਂ ਚੜਾਈ ਕਰ ਗਿਆ, ਹੁਣ ਮਾਂ ਵੀ ਚੜਾਈ ਕਰ ਗਈ ਆ। ਉਸ ਨੌਜਵਾਨ ਨੂੰ ਜੇਲ੍ਹ ਤੋਂ ਜ਼ਮਾਨਤ ਮਿਲੀ ਹੈ। ਹੁਣ ਆਪਣੇ ਉਸ ਭਰਾ ਦੀ ਤੇ ਆਪਣੀ ਮਾਂ ਦੀ ਇਕੱਠੀ ਜਿਹੜੀ ਹੈ ਅਰਦਾਸ ਕਰਾਉਣ ਲੱਗਾ। ਇੱਕ ਰਿਪੋਰਟ ਰੰਗਲਾ ਪੰਜਾਬ ਦੇ ਸਾਡੇ ਪੱਤਰਕਾਰ ਰਾਣਾ ਜੀ ਕਵਰ ਕਰਨ ਜਾ ਰਹੇ ਨੇ। ਔਰ ਰਾਤ ਨੂੰ ਜਿਹੜਾ ਕੱਲ ਇਸ ਵੇਲੇ ਚੱਲਿਆ ਸੀ ਕੰਮ
ਹਿਜਾਬ ਕਾਨੂੰਨ ਕੀ ਕਹਿੰਦਾ ਹੈ, ਰਾਜਨੀਤੀ ਕੀ ਕਹਿੰਦੀ ਹੈ, ਇਸ ਵਿਵਾਦ ਤੇ ਇੱਕ ਲੰਬਾ ਚੌੜਾ ਆਰਟੀਕਲ ਤਕਰੀਬਨ ਰਾਤ ਨੂੰ 9 ਵਜੇ ਸਾਂਝਾ ਕਰਾਂਗੇ, ਜ਼ਰੂਰ ਸੁਣ ਲੈਣਾ। ਹੁਣ ਪੱਟੀ ਸਾਹਿਬ ਦੇ ਨਾਲ ਹੀ ਮੈਨੂੰ ਦਿਓ ਛੁੱਟੀਆਂ, ਰਾਤ ਨੂੰ ਮੁਲਾਕਾਤਾਂ ਹੁੰਦੀਆਂ ਨੇ 8 ਵਜੇ ਸ਼ਾਰਪ। ਤਦ ਤੱਕ ਲਈ ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।